ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਆ। ਆਪਾਂ ਕਰ ਰਹੇ ਸੀ ਕੈਮਿਸਟਰੀ ਮਾਸਟਰ ਕੈਡਰ ਦੀ ਸਿਲੇਬਸ ਦੀ ਤਿਆਰੀ। ਉਹ 'ਚ ਆਪਾਂ ਕਰ ਰਹੇ ਸੀ ਫਿਜ਼ੀਕਲ ਕੈਮਿਸਟਰੀ। ਫਿਜ਼ੀਕਲ ਕੈਮਿਸਟਰੀ 'ਚ ਹੁਣ ਆਪਾਂ ਜਿਹੜੇ ਟੌਪਿਕ ਕਰ ਲਏ, ਇੱਕ ਤਾਂ ਆਪਾਂ ਕਰ ਲਿਆ ਥਰਮੋਡਾਇਨਾਮਿਕਸ। ਥਰਮੋਡਾਇਨਾਮਿਕ ਦੇ ਸਾਰੇ ਟੌਪਿਕ ਆਪਾਂ ਨੂੰ ਪਲੇਲਿਸਟ 'ਚ ਮਿਲ ਜਾਣਗੇ। ਦੂਜਾ ਆਪਾਂ ਕਰ ਲਿਆ ਸਰਫੇਸ ਕੈਮਿਸਟਰੀ, ਠੀਕ ਆ। ਅਤੇ ਇੱਕ ਆਪਾਂ ਕਰ ਲਿਆ ਸੋਲਿਡ ਸਟੇਟ। ਤਿੰਨ ਚੈਪਟਰ ਆਪਾਂ ਕੰਪਲੀਟ ਕਰ ਲਏ ਸਰਫੇਸ ਕੈਮਿਸਟਰੀ ਦੇ। ਬਸ ਇੱਕ ਤਾਂ ਰਹਿ ਗਿਆ ਮਿਸਲੇਸਿਸ, ਰਹਿ ਗਿਆ ਪ੍ਰੋਪੇਸ਼ਨ, ਆ ਗਿਆ ਕੋਲਾਈਡਸ, ਟੈਂਡਲ ਇਫੈਕਟ, ਇੰਨਾ ਕੁ ਰਹਿ ਗਿਆ। 2 ਵੀਡੀਓ ਦਾ ਰਹਿ ਗਿਆ, ਉਹਦਾ ਨਾਲ ਦੀ ਨਾਲ ਅਪਲੋਡ ਹੋ ਜਾਣਗੇ। ਅੱਜ ਆਪਾਂ ਇੱਕ ਨਾਲ ਟੌਪਿਕ ਸ਼ੁਰੂ ਕਰਨ ਜਾ ਰਹੇ ਹਾਂ, ਜਿਹੜਾ ਕਿ ਸਰਫੇਸ ਕੈਮਿਸਟਰੀ ਦੇ ਬਿਲਕੁਲ ਨਾਲ ਹੀ ਆ। ਤਾਂ ਉਹ ਹੈਗਾ ਆਪਣਾ ਟੌਪਿਕ ਹੈਗਾ ਗਾ ਕੰਸੈਪਟ ਆਫ ਕੈਟਾਲਿਸਟ, ਠੀਕ ਆ। 2 ਵੀਡੀਓ ਦਾ ਟੌਪਿਕ ਹੈ ਕੰਸੈਪਟ ਆਫ ਕੈਟਾਲਿਸਟ। ਇਹ 'ਚ ਆਪਾਂ ਪੜ੍ਹਨਾ ਹੋਮੋਜੀਨੀਅਸ ਅਤੇ ਹੈਟਰੋਜੀਨੀਅਸ ਕੈਟਾਲਿਸਟ ਬਾਰੇ ਪੜ੍ਹ ਦਾਂਗਾ, ਠੀਕ ਹੈ ਜੀ। 12ਵਾਂ ਹੋਗਾ ਤਾਂ ਆਪਾਂ ਅੱਜ ਇਹਦੇ ਬਾਰੇ ਪੜ੍ਹਦੇ ਹਾਂ, ਸ਼ੁਰੂ ਕਰਦੇ। ਤਾਂ ਆਪਣਾ ਟੌਪਿਕ ਹੈਗਾ ਗਾ ਕੈਟਾਲਿਸਟ ਦਾ, ਠੀਕ ਆ। ਆਪਣਾ ਟੌਪਿਕ ਹੈਗਾ ਕੈਟਾਲਿਸਟ ਦਾ। ਤਾਂ ਜਿਵੇਂ ਹੁਣ ਕੈਟਾਲਿਸਟ ਤੋਂ ਪਹਿਲਾਂ ਦੇਖ ਲਓ ਵੀ ਆਪਾਂ ਜਿਵੇਂ ਕੋਈ ਰਿਐਕਸ਼ਨ ਗਈ ਉਹ ਬਹੁਤ ਸਲੋਅ ਹੋ ਰਹੀ ਹੈ ਅਤੇ ਆਪਾਂ ਉਹਨੂੰ ਫਾਸਟ ਕਰਨਾ ਗਾ। ਤਾਂ ਉਹ 'ਚ ਆਪਾਂ ਕੋਈ ਨਾ ਕੋਈ ਚੀਜ਼ ਜਿਹੜੀ ਐਡ ਕਰਾਂਗੇ, ਜਿਹਦੇ ਨਾਲ ਰਿਐਕਸ਼ਨ ਕੀ ਹੋ ਜਾਂਦੀ ਆ, ਫਾਸਟ ਹੋ ਜਾਂਦੀ ਆ। ਤਾਂ ਉਹਨੂੰ ਆਪਾਂ ਕਹਾਂਗੇ ਕੈਟਾਲਿਸਟ। ਜਿਵੇਂ ਆਹ ਰਿਐਕਸ਼ਨ ਦੇਖ ਲਏ ਆਪਾਂ, ਪੋਟਾਸ਼ੀਅਮ ਕਲੋਰੇਟ ਨੂੰ ਆਪਾਂ ਕੀ ਹੀਟ ਕਰਦੇ ਹਾਂ ਤਾਂ ਇਹ ਡੀਕੰਪੋਜ਼ ਹੋ ਜਾਂਦੀ ਹੈ। ਇੱਕ ਆਪਾਂ ਨੂੰ ਤਾਂ ਡੀਕੰਪੋਜ਼ 'ਤੇ ਆਪਾਂ ਨੂੰ ਕੀ ਦਿੰਦੀ ਆ, ਆਕਸੀਜਨ ਦਿੰਦੀ ਆ। ਇੱਕ ਆਪਾਂ ਨੂੰ ਦਿੰਦੀ ਆ ਪੋਟਾਸ਼ੀਅਮ ਕਲੋਰਾਈਡ। ਜਿਹੜੀ ਡੀਕੰਪੋਜੀਸ਼ਨ ਹੁੰਦੀ ਆ ਟੈਂਪਰੇਚਰ ਰੇਂਜ 'ਤੇ ਹੁੰਦੀ ਆ 653 ਤੋਂ ਲੈ ਕੇ 873 ਕੈਲਵਿਨ ਦੇ ਵਿੱਚ। ਜੇ ਆਪਾਂ ਥੋੜ੍ਹਾ ਜਿਹਾ ਮੈਗਨੀਸ਼ੀਅਮ ਡਾਈਆਕਸਾਈਡ ਇਹਦੇ ਵਿੱਚ ਐਡ ਕਰਤਾ, ਜਿਹੜੇ ਡੀਕੰਪੋਜੀਸ਼ਨ ਹੁੰਦੀ ਆ ਲੋਅਰ ਟੈਂਪਰੇਚਰ ਰੇਂਜ 'ਤੇ ਵੀ ਹੋਣ ਲੱਗ ਜਾਂਦੀ ਆ 473 ਤੋਂ 633 ਕੈਲਵਿਨ 'ਤੇ। ਅਤੇ ਕੀ ਐਕਸਲੇਟਰ ਰੇਟ 'ਤੇ ਹੁੰਦੇ ਵੀ ਫਾਸਟ ਹੋਣ ਲੱਗ ਜਾਂਦੇ ਜੇ ਆਪਾਂ ਮੈਗਨੀਸ਼ੀਅਮ ਡਾਈਆਕਸਾਈਡ ਐਡ ਕਰਤਾ। ਜਿਹੜਾ ਮੈਗਨੀਸ਼ੀਅਮ ਡਾਈਆਕਸਾਈਡ ਹੈ ਕੀ ਰਹਿੰਦਾ ਗਾ, ਅਨਚੇਂਜ ਰਹਿੰਦਾ ਗਾ, ਜਿਹੜਾ ਮਾਸ ਅਤੇ ਕੰਪੋਜੀਸ਼ਨ ਨਾਲ। ਅਤੇ ਜਿਹੜੀ ਰੇਟ ਕੀ ਨੰਬਰ ਆਫ ਕੈਮੀਕਲ ਰਿਐਕਸ਼ਨ ਕੀ ਆ, ਜ਼ਿਆਦਾ ਰਿਐਕਸ਼ਨ ਤੇਜ਼ ਹੋ ਜਾਂਦੀ ਆਪਣੀ। ਤਾਂ ਜਿਹੜਾ ਫਿਰ ਇਹ ਹੈਗਾ ਮੈਗਨੀਸ਼ੀਅਮ ਡਾਈਆਕਸਾਈਡ ਇੱਥੇ ਕਾਹਦਾ ਕੰਮ ਕਰ ਰਿਹਾ ਹੈਗਾ, ਕੈਟਾਲਿਸਟ ਦਾ ਕੰਮ ਕਰ ਰਿਹਾ। ਉਵੇਂ ਆਪਾਂ ਦੇਖਿਆ ਜਿਹੜੀ ਸਿਸਟਮੈਟਿਕ ਸਟੱਡੀ ਹੁੰਦੀ ਆ ਵੀ ਅਲੱਗ-ਅਲੱਗ ਸਬਸਟੈਂਸ ਆਪਾਂ ਕੋਈ ਐਡ ਕਰਦੇ ਹਾਂ ਕਿਸੇ ਰਿਐਕਸ਼ਨ ਦੇ ਵਿੱਚ, ਹੈ ਨਾ, ਤਾਂ ਉਹਦੇ ਨਾਲ ਕੀ ਚੇਂਜ ਹੁੰਦਾ। ਇਹ ਸਾਰਿਆਂ ਨਾਲੋਂ ਪਹਿਲੀ ਵਾਰ ਕੀਤੀ ਸੀਗੀ ਬਰੈਜਲਸ ਨੇ 1835 ਵਿੱਚ, ਅਤੇ ਉਹਨੇ ਨਾਮ ਦਿੱਤਾ ਸੀ ਇਹਦਾ ਕੈਟਾਲਿਸਟ। ਕੈਟਾਲਿਸਟ ਹੁਣ ਉਹ ਸਬਸਟੈਂਸ ਹੁੰਦੇ ਜਿਹੜੇ ਐਕਸਲੇਟ ਕਰਦੇ ਰੇਟ ਆਫ ਰਿਐਕਸ਼ਨ ਨੂੰ, ਅਤੇ ਕਿ ਆਪ ਕੀ ਰਹਿੰਦੇ ਆ, ਰਿਮੇਨ ਕੈਮੀਕਲੀ ਅਤੇ ਕੁਆਂਟੀਟਿਵ ਅਨਚੇਂਜ, ਵੀ ਆਪਣੇ ਆਪ ਦੇ ਕੋਈ ਚੇਂਜ ਨਹੀਂ ਆਉਂਦਾ ਉਹਨਾਂ ਕੈਮੀਕਲ, ਤਾਂ ਆਪਾਂ ਉਹੀ ਰਹਿੰਦੇ ਆ ਰਿਐਕਸ਼ਨ ਦੇ ਬਾਅਦ ਵੀ। ਤਾਂ ਉਹਨੂੰ ਆਪਾਂ ਕਹਿੰਦੇ ਹਾਂ ਕੈਟਾਲਿਸਟ। ਅਤੇ ਜਿਹੜੇ ਫਿਨੋਮੇਨਾ ਇਹਨੂੰ ਆਪਾਂ ਕਹਿੰਦੇ ਹਾਂ ਕੈਟਾਲਿਸਿਸ, ਠੀਕ ਆ। ਹੁਣ ਆਪਾਂ ਅੱਗੇ ਵਧਾਂਗੇ ਪ੍ਰਮੋਟਰ ਦੇ ਬਾਰੇ। ਪ੍ਰਮੋਟਰ ਕੀ ਹੁੰਦਾ, ਜਿਹੜੇ ਕਿ ਐਕਟੀਵਿਟੀ, ਜਿਹੜੇ ਕੈਟਾਲਿਸਟ ਦੀ ਐਕਟੀਵਿਟੀ ਨੂੰ ਕੀ ਕਰ ਦਿੰਦੇ ਆ, ਵਧਾ ਦਿੰਦੇ ਆ। ਪੋਇਜ਼ਨਸ ਕੀ ਹੁੰਦੇ ਜਿਹੜੇ ਕਿ ਆ ਡਿਕਰੀਜ਼ ਕਰ ਦਿੰਦੇ ਐਕਟੀਵਿਟੀ ਦੀ। ਜਿਵੇਂ ਕਿ ਹੈਬਰ ਦੀ ਪ੍ਰੋਸੈਸ ਆ ਅਮੋਨੀਆ ਬਣਾਉਣੇ ਉਹਨਾਂ 'ਚ ਮੋਲੀਬਨੇਡੀਅਮ ਤਾਂ ਐਕਟ ਕਰਦਾ ਇੱਕ ਪ੍ਰਮੋਟਰ ਦਾ ਉਹਦੇ ਵਿੱਚ, ਫॉर ਆਇਰਨ ਵਿੱਚ ਜੇ ਕੈਟਾਲਿਸਟ ਰਿਐਕਸ਼ਨ 'ਚ ਕੀ ਆ, ਮੋਲੀਬਨੇਡੀਅਮ ਆਇਰਨ ਵਾਸਤੇ ਕੀ ਕਰਦਾ ਗਾ, ਪ੍ਰਮੋਟਰ ਦਾ ਕੰਮ ਕਰਦਾ। ਕੈਟਾਲਿਸਟ ਕੀ ਆ 2 ਟਾਈਪ ਦੇ ਵਿੱਚ ਆਪਾਂ ਡਿਵਾਈਡ ਕਰਦੇ, ਇਹਦੇ ਬਾਅਦ ਹੋਮੋਜੀਨੀਅਸ ਅਤੇ ਹੈਟਰੋਜੀਨੀਅਸ। ਮੇਨ ਆਪਣੇ ਸਿਲੇਬਸ 'ਚ ਇਹੀ ਦਿੱਤਾ ਗਿਆ ਹੋਮੋਜੀਨੀਅਸ ਅਤੇ ਹੈਟਰੋਜੀਨੀਅਸ। ਹੋਮੋਜੀਨੀਅਸ ਕੈਟਾਲਿਸਟ ਜੋ ਰਿਐਕਟੈਂਟ, ਪ੍ਰੋਡਕਟ ਅਤੇ ਕੈਟਾਲਿਸਟ ਕੀ ਹੋਣ ਸੇਮ ਫੇਜ਼ ਦੇ ਵਿੱਚ ਹੋਣ। ਰਿਐਕਟੈਂਟ, ਪ੍ਰੋਡਕਟ ਅਤੇ ਕੈਟਾਲਿਸਟ ਕੀ ਹੋਣ ਸੇਮ ਫੇਜ਼ ਦੇ ਵਿੱਚ ਹੋਣ, ਤਾਂ ਪ੍ਰੋਸੈਸ ਨੂੰ ਕਹਾਂਗੇ ਆਪਾਂ ਹੋਮੋਜੀਨੀਅਸ ਕੈਟਾਲਾਈਸਿਸ। ਤਾਂ ਕੁਛ ਐਗਜ਼ਾਮਪਲ ਇਹਦੀਆਂ ਦੇਖ ਲੈਂਦੇ ਹਾਂ ਹੋਮੋਜੀਨੀਅਸ ਕੈਟਾਲਾਈਸਿਸ ਦੀਆਂ। ਹੋਮੋਜੀਨੀਅਸ ਕੈਟਾਲਾਈਸਿਸ ਉਹ ਹੁੰਦੀ ਆ ਜਦੋਂ ਰਿਐਕਟੈਂਟ, ਪ੍ਰੋਡਕਟ ਅਤੇ ਕੈਟਾਲਿਸਟ ਕੀ ਆ ਹੁਣ ਸਾਰੇ ਇੱਕ ਸੇਮ ਫੇਜ਼ ਦੇ ਵਿੱਚ ਹੋਣ, ਜਾਂ ਤਾਂ ਸਾਰੇ ਲਿਕੁਇਡ ਹੋਣ ਜਾਂ ਸਾਰੇ ਗੈਸ ਹੋਣ। ਜਿਵੇਂ ਆਕਸੀਡੇਸ਼ਨ ਆਪਾਂ ਕਰਦੇ ਹਾਂ ਸਲਫਰ ਡਾਈਆਕਸਾਈਡ ਦੀ, ਹੈ ਨਾ, ਸਲਫਰ ਟਰਾਈਆਕਸਾਈਡ ਬਣਾਉਣਾ, SO2 ਤਾਂ ਆਪਾਂ ਕੀ ਬਣਾਉਣਾ ਗਾ SO3, ਠੀਕ ਆ। ਤਾਂ ਆਪਾਂ ਕੀ ਇਹ 'ਚ ਆਕਸੀਜਨ ਐਡ ਕੀਤੀ, ਅਤੇ ਨਾਲ ਇਹ 'ਚ ਕੀ ਆਪਾਂ ਨਾਈਟ੍ਰੋਜਨ ਨੂੰ ਆਕਸਾਈਡ ਆ ਜਿਹੜਾ ਨਾਈਟ੍ਰੋਜਨ ਆਕਸਾਈਡ ਦੇ ਉਹਨੂੰ ਕੈਟਾਲਿਸਟ ਆਪਾਂ ਉਹ ਕਰ ਲਿਆ ਲੈਡ ਚੈਂਬਰ ਦੇ ਵਿੱਚ। ਅਤੇ ਇਹਦੇ ਵਿੱਚ ਕਿਹੜਾ ਰਿਐਕਟੈਂਟ ਆ, ਸਲਫਰ ਡਾਈਆਕਸਾਈਡ ਆ ਅਤੇ ਆਕਸੀਜਨ ਆ, ਸਾਰੇ ਕੀ ਆ ਸੇਮ ਫੇਜ਼ ਦੇ ਵਿੱਚ ਆ, ਸਾਰੇ ਗੈਸ ਵਾਲੀ ਫਾਰਮ ਦੇ ਵਿੱਚ ਆ। ਦੂਜੀ ਐਗਜ਼ਾਮਪਲ ਆਪਾਂ ਹਾਈਡਰੋਲਾਈਸਿਸ ਕਰਦੇ ਹਾਂ ਮਿਥਾਈਲ ਐਸੀਟੇਟ ਦੀ, ਠੀਕ ਆ। ਮਿਥਾਈਲ ਐਸੀਟੇਟ ਦੀ ਅਤੇ ਇਹ 'ਚ ਕੀ ਲਿਕੁਇਡ ਫਾਰਮ 'ਚ, ਅਤੇ ਇਹ 'ਚ ਆਪਾਂ ਵਾਟਰ ਐਡ ਕਰਤਾ। ਅਤੇ ਜਿਹੜਾ ਹਾਈਡਰੋਕਲੋਰਿਕ ਐਸਿਡ ਆ ਉਹ ਵੀ ਕੀ ਆ ਲਿਕੁਇਡ ਫਾਰਮ ਦੇ ਵਿੱਚ ਲਿੱਤਾ।
ਤੇ ਜਿਹੜੇ ਰਿਐਕਟੈਂਟ ਆ, ਪ੍ਰੋਡਕਟ ਅਤੇ ਕੈਟਾਲਿਸਟ ਆ, ਸਾਰੇ ਕੀ ਆ ਸੇਮ ਫੇਜ਼ ਦੇ ਵਿੱਚ ਆ। ਜਿਵੇਂ ਹਾਈਡਰੋਲਾਈਸਿਸ ਕਰਦੇ ਹੋ ਸ਼ੂਗਰ ਦੀ, H ਪੋਜ਼ੀਟਿਵ ਆਇਨ ਬਣਦੇ ਆ। ਅੱਗੇ ਆਪਾਂ ਸ਼ੂਗਰ ਲੈ ਲਿਆ, ਗਲੂਕੋਜ਼ ਲੈ ਲਿਆ, ਵਿੱਚ ਕੀ ਵਾਟਰ ਐਡ ਕਰਤਾ, ਅਤੇ ਜਿਹੜਾ ਕੈਟਾਲਿਸਟ ਲੈਤਾ ਤੇ ਆਪਾਂ ਕੀ ਲੈਤਾ ਸਲਫਿਊਰਿਕ ਐਸਿਡ ਲੈਤਾ, ਉਹ ਵੀ ਆਪਾਂ ਲਿਕੁਇਡ ਫਾਰਮ ਦੇ ਵਿੱਚ ਲੈਤਾ, ਅਤੇ ਇੱਕ ਗਲੂਕੋਜ਼ ਅਤੇ ਫਰੈਕਟੋਜ਼ ਬਣ ਜੂਗਾ। ਤਾਂ ਠੀਕ ਆ, ਤਾਂ ਇਹਦੇ ਵਿੱਚ ਵੀ ਰਿਐਕਟੈਂਟ ਅਤੇ ਕੈਟਾਲਿਸਟ ਕੀ ਆ ਸੇਮ ਫੇਜ਼ ਦੇ ਵਿੱਚ ਆ। ਤਾਂ ਇਹ ਹੈਟਰੋਜੀਨੀਅਸ ਦੀਆਂ ਐਗਜ਼ਾਮਪਲਾਂ ਗਈਆਂ, ਹੋਮੋਜੀਨੀਅਸ ਦੀਆਂ ਗਈਆਂ। ਤਾਂ ਨੈਕਸਟ ਆਪਾਂ ਪੜ੍ਹਦੇ ਹਾਂ ਹੈਟਰੋਜੀਨੀਅਸ ਕੈਟਾਲਿਸਟ। ਇਹ ਕੈਟਾਲਾਈਟਿਕ ਪ੍ਰੋਸੈਸ ਸੀਗੀ ਜਿਹਦੇ ਵਿੱਚ ਰਿਐਕਟੈਂਟ ਅਤੇ ਕੈਟਾਲਿਸਟ ਕੀ ਅਲੱਗ ਅਲੱਗ ਫੇਜ਼ ਦੇ ਵਿੱਚ ਹੋਣ, ਉਹਨੂੰ ਆਪਾਂ ਕਹਾਂਗੇ ਹੈਟਰੋਜੀਨੀਅਸ ਕੈਟਾਲਿਸਟ। ਕੁਛ ਐਗਜ਼ਾਮਪਲਾਂ ਇਹਦੀਆਂ ਹੁੰਦੀਆਂ ਜਿਹਦੇ ਵਿੱਚ ਉਹ ਤਾਂ ਰਿਐਕਟੈਂਟ ਅਤੇ ਕੈਟਾਲਿਸਟ ਕੀ ਆ ਸੇਮ ਫੇਜ਼ ਦੇ ਵਿੱਚ, ਸੇ ਦੇ ਵਿੱਚ ਅਲੱਗ ਅਲੱਗ ਆ। ਜਿਵੇਂ ਪਹਿਲੀ ਸਲਫਰ ਡਾਈਆਕਸਾਈਡ ਤੋਂ ਕੀ ਬਣਾਉਣਾ ਗਾ ਆਪਾਂ ਸਲਫਰ ਟਰਾਈਆਕਸਾਈਡ ਬਣਾਉਣਾ, ਪਰ ਇੱਥੇ ਪ੍ਰੋਸੈਸ ਆਪਾਂ ਕਾਹਦੀ ਲੈਣੀ ਆ ਪਲੈਟੀਨਮ ਲੈਣਾ। ਅਤੇ ਇੱਥੇ ਰਿਐਕਟੈਂਟ ਦਾ ਕਾਹ 'ਚ ਗੈਸਿਸ ਫਾਰਮ 'ਚ ਆ, ਪਰ ਕੈਟਾਲਿਸਟ ਕੀ ਆ ਸੋਲਿਡ ਫਾਰਮ ਦੇ ਵਿੱਚ ਆ। ਉੱਪਰ ਵੀ ਆਪਾਂ ਸੇਮ ਰਿਐਕਸ਼ਨ ਕਰਾਈ ਸੀਗੀ, ਸਲਫਰ ਡਾਈਆਕਸਾਈਡ ਅਤੇ ਸਲਫਰ ਟਰਾਈਆਕਸਾਈਡ ਬਣਾਇਆ ਸੀ, ਪਰ ਉੱਥੇ ਆਪਾਂ ਕੀ ਲੈਤੇ ਸੀ ਆਕਸਾਈਡਸ ਆਫ ਨਾਈਟ੍ਰੋਜਨ ਲੈਤੇ ਸੀ, ਜਿਹੜੇ ਵੀ ਕਿ ਗੈਸਿਸ ਫਾਰਮ ਦੇ ਵਿੱਚ ਸੀ, ਤਾਂ ਉਹ ਤਾਂ ਹੋਮੋਜੀਨੀਅਸ ਆ। ਪਰ ਇੱਥੇ ਆਪਾਂ ਲੈਤਾ ਪਲੈਟੀਨਮ, ਅਤੇ ਇਹ ਕੀ ਬਣ ਗਿਆ ਹੈਟਰੋਜੀਨੀਅਸ ਆ ਗਿਆ। ਜੇ ਆਪਾਂ ਪਲੈਟੀਨਮ ਲਵਾਂਗੇ ਉਹ ਸੋਲਿਡ ਫਾਰਮ 'ਚ। ਦੂਜੀ ਐਗਜ਼ਾਮਪਲ ਆ ਡਾਈ ਨਾਈਟ੍ਰੋਜਨ ਅਤੇ ਡਾਈ ਹਾਈਡਰੋਜਨ ਨੂੰ ਆਪਾਂ ਉਹ ਕੀਤਾ ਅਮੋਨੀਆ ਕੀਤਾ, ਹੈਬਰਸ ਪ੍ਰੋਸੈਸ ਕੀਤੀ। ਇੱਥੇ ਆਪਾਂ ਆਇਰਨ ਲੈ ਲਿਆ, ਆਇਰਨ ਕੀ ਆਪਣਾ ਕੀ ਆ ਸੋਲਿਡ ਫਾਰਮ ਦੇ ਵਿੱਚ ਹੈ। ਅਤੇ ਕਾਹਦੀ ਐਗਜ਼ਾਮਪਲ ਹੋ ਗਈ ਹੈਟਰੋਜੀਨੀਅਸ ਦੀ। ਜਿਵੇਂ ਆਪਾਂ ਅਮੋਨੀਆ ਤੋਂ ਕੀ ਬਣਾਉਣਾ ਨਾਈਟ੍ਰਿਕ ਆਕਸਾਈਡ ਬਣਾਉਣਾ ਗਾ, ਕਾਹਦੀ ਫਾਰਮ 'ਚ ਪਲੈਟੀਨਮ ਗੇਜ ਦੀ। ਅਤੇ ਪ੍ਰੋਸੈਸ ਨੂੰ ਆਪਾਂ ਕੀ ਕਹਾਂਗੇ ਔਸਟਵਾਲਡ ਪ੍ਰੋਸੈਸ। ਅਮੋਨੀਆ 'ਚ ਆਪਾਂ ਆਕਸੀਜਨ ਐਡ ਕੀਤਾ, ਪਲੈਟੀਨਮ ਆਪਣਾ ਕੈਟਾਲਿਸਟ ਹੈਗਾ, ਨਾਈਟ੍ਰੋਜਨ ਨਾਈਟ੍ਰਿਕ ਆਕਸਾਈਡ ਬਣਦਾ, ਨਾਲ ਕੀ ਆ ਵਾਟਰ, ਤਾਂ ਉਹ ਵੀ ਗੈਸਿਸ ਫਾਰਮ 'ਚ ਆ। ਅਤੇ ਜਿਹੜੇ ਰਿਐਕਟੈਂਟ ਆ ਉਹ ਗੈਸਿਸ ਫਾਰਮ 'ਚ ਆ, ਕੈਟਾਲਿਸਟ ਕਾਹ 'ਚ ਆ ਸੋਲਿਡ ਫਾਰਮ 'ਚ ਆ। ਫੋਰਥ ਐਗਜ਼ਾਮਪਲ ਆਪਣੇ ਕੋਲ ਹਾਈਡਰੋਜੀਨੇਸ਼ਨ ਕਰਨੀ ਆਪਾਂ ਵੈਜੀਟੇਬਲ ਆਇਲ ਦੀ, ਕਾਹ 'ਚ ਕੀ ਫਾਈਨਲੀ ਡਿਵਾਈਡ ਨਿਕਲ ਕੈਟਾਲਿਸਟ। ਵੈਜੀਟੇਬਲ ਆਇਲ 'ਚ ਆਪਾਂ ਕੀ ਕੀਤਾ ਹਾਈਡਰੋਜੀਨੇਸ਼ਨ ਕਰਤੀ, ਪਰ ਕਾਹਦੀ ਫਾਰਮ ਆਪਾਂ ਕੈਟਾਲਿਸਟ ਕੀ ਲੈਤਾ ਗਾ ਨਿਕਲ, ਤਾਂ ਆਪਣੇ ਕੋਲ ਕੀ ਬਣ ਜੂ ਵੈਜੀਟੇਬਲ ਕੀ ਬਣ ਜੂਗਾ। ਅਤੇ ਇਹ 'ਚ ਰਿਐਕਟੈਂਟ ਦਾ ਕਾਹ 'ਚ ਲਿਕੁਇਡ ਫਾਰਮ ਦੇ ਵਿੱਚ ਆ, ਅਤੇ ਇੱਕ ਕੀ ਆ ਗੈਸਿਸ ਫਾਰਮ 'ਤੇ ਆਪਾਂ ਕੈਟਾਲਿਸਟ ਕਾਹ 'ਚ ਸੋਲਿਡ ਫਾਰਮ 'ਚ, ਤਿੰਨੇ ਅਲੱਗ ਅਲੱਗ ਆ। ਤਾਂ ਫਿਰ ਇਹ ਕਾਹਦੀ ਐਗਜ਼ਾਮਪਲ ਹੋ ਗਈ ਹੈਟਰੋਜੀਨੀਅਸ ਦੀ। ਹੁਣ ਆਪਾਂ ਐਬਜ਼ਰਪਸ਼ਨ ਥਿਊਰੀ ਆਫ ਹੈਟਰੋਜੀਨੀਅਸ ਕੈਟਾਲਿਸਟ ਦੀ ਬਾਤ, ਇਹ ਥਿਊਰੀ ਐਕਸਪਲੇਨ ਕਰਦੀ ਹੈ ਹੈਟਰੋਜੀਨੀਅਸ ਕੈਟਾਲਿਸਟ ਦੇ ਮੈਕੈਨਿਜ਼ਮ, ਕਿਵੇਂ ਵੀ ਹੈਟਰੋਜੀਨੀਅਸ ਕੈਟਾਲਿਸਟ ਉਹ ਕਰਦੇ ਆ। ਜਿਹੜੀ ਪਹਿਲਾਂ ਥਿਊਰੀ ਹੁੰਦੀ ਸੀ ਐਬਜ਼ਰਪਸ਼ਨ ਥਿਊਰੀ ਆਫ ਕੈਟਾਲਿਸਟ ਹੈ ਨਾ, ਵੀ ਜਿਹੜੇ ਰਿਐਕਟੈਂਟ ਕੇ ਗੈਸੀਅਸ ਸਟੇਟ ਦੇ ਵਿੱਚ ਜਾਂ ਸੋਲਿਊਸ਼ਨ ਦੇ ਵਿੱਚ ਉਹ ਐਬਜ਼ਰਬ ਹੁੰਦੇ ਆ ਸਰਫੇਸ ਦੇ ਵਿੱਚ ਸੋਲਿਡ ਕੈਟਾਲਿਸਟ ਦੇ। ਜਿਵੇਂ ਜਿਵੇਂ ਆਪਾਂ ਕੰਸਨਟ੍ਰੇਸ਼ਨ ਵਧਾਈ ਜਾਵਾਂਗੇ ਰਿਐਕਟੈਂਟ ਦੀ ਸਰਫੇਸ 'ਤੇ ਹੈ ਨਾ, ਉਵੇਂ ਉਵੇਂ ਰੇਟ ਆਫ ਰਿਐਕਸ਼ਨ ਕੀ ਹੋ ਜਾਊਗੀ ਆਪਣੀ ਵਧੀਆ। ਜਿਵੇਂ ਜਿਵੇਂ ਆਪਾਂ ਕੰਸਨਟ੍ਰੇਸ਼ਨ ਵਧਾਈ ਜਾਵਾਂਗੇ ਉਵੇਂ ਉਵੇਂ ਕੀ ਰੇਟ ਆਫ ਰਿਐਕਸ਼ਨ ਵਧੀ ਜਾਊਗੀ। ਜਿਹੜੀ ਅਬਜ਼ਰਪਸ਼ਨ ਕੀ ਹੁੰਦੀ ਆ ਇੱਕ ਐਕਸੋਥਰਮਿਕ ਪ੍ਰੋਸੈਸ ਸੀਗੀ, ਜਿਹੜੀ ਹੀਟ ਅਬਜ਼ਰਪਸ਼ਨ ਦੀ ਉਹ ਯੂਟੀਲਾਈਜ਼ ਹੋ ਜਾਂਦੀ ਹੈ ਜਿਹੜੀ ਰੇਟ ਆਫ ਰਿਐਕਸ਼ਨ ਦੇ ਵਿੱਚੋਂ। ਆਪਾਂ ਜਿਹੜੀ ਰੇਟ ਆਫ ਰਿਐਕਸ਼ਨ ਨੂੰ ਕੀ ਆ ਵਧਾਉਣ ਦੇ ਵਿੱਚ ਕੀ ਹੁੰਦੀ ਆ ਯੂਟੀਲਾਈਜ਼ ਹੋ ਜਾਂਦੀ ਆ। ਜਿਹੜਾ ਕੈਟਾਲਾਈਟਿਕ ਐਕਸ਼ਨ ਦਾ ਇੰਟਰਮੀਡੀਏਟ ਕੰਪਾਊਂਡ ਫਾਰਮੇਸ਼ਨ ਥਿਊਰੀ, ਇਹ ਕੀ ਆਪਾਂ ਪਹਿਲਾਂ ਪੜ੍ਹਿਆ ਹੋਏਗਾ। ਜਿਵੇਂ ਮਾਡਰਨ ਐਬਜ਼ਰਪਸ਼ਨ ਥਿਊਰੀ ਆ ਜਿਹੜੀ ਹੁਣ ਵਾਲੀ ਥਿਊਰੀ ਆ, ਜਿਹੜੀ ਮਾਡਰਨ ਐਬਜ਼ਰਪਸ਼ਨ ਥਿਊਰੀ ਆਪਣੀ ਇਹ ਕੰਬੀਨੇਸ਼ਨ ਕੀ ਇੰਟਰਮੀਡੀਏਟ ਕੰਪਾਊਂਡ ਫਾਰਮੇਸ਼ਨ ਥਿਊਰੀ ਅਤੇ ਜਿਹੜੀ ਓਲਡ ਐਬਜ਼ਰਪਸ਼ਨ ਥਿਊਰੀ ਆ, ਇਹਨਾਂ ਦੋਨਾਂ ਨੂੰ ਆਪਾਂ ਕੰਬਾਈਨ ਕਰਕੇ ਇੱਕ ਨਵੀਂ ਥਿਊਰੀ ਬਣਾਤੀ ਜਿਹਨੂੰ ਨੇ ਕਹਿੰਦੇ ਆਪਾਂ ਮਾਡਰਨ ਐਬਜ਼ਰਪਸ਼ਨ ਥਿਊਰੀ। ਜਿਹੜੀ ਕੈਟਾਲਾਈਟਿਕ ਐਕਟੀਵਿਟੀ ਆ ਲੋਕਲਾਈਜ਼ ਹੁੰਦੀ ਆ ਸਰਫੇਸ ਦੇ ਕੈਟਾਲਿਸਟ 'ਤੇ, ਤਾਂ ਮੈਕੈਨਿਜ਼ਮ 'ਤੇ ਕਿੰਨੇ ਹੁੰਦੇ ਆ 5 ਸਟੈਪ ਦੇ ਮੈਕੈਨਿਜ਼ਮ। ਪਹਿਲਾ ਸਟੈਪ ਦਾ ਆਪਾਂ ਨੇ ਕੀ ਆ ਜਿਹੜਾ ਡਿਫਿਊਜ਼ਨ ਕਰਨਾ ਰਿਐਕਟੈਂਟ ਦਾ ਸਰਫੇਸ ਆਫ ਦੀ ਕੈਟਾਲਿਸਟ 'ਤੇ। ਦੂਜਾ ਆਪਾਂ ਕਰਨਾ ਐਡਜ਼ੋਰਬੈਂਸ ਆਫ ਰਿਐਕਟੈਂਟ ਮੋਲੀਕੂਲ ਔਨ ਦੀ ਸਰਫ ਕੈਟਾਲਿਸਟ 'ਤੇ ਆਪਾਂ ਕਰ ਦੇਣਾ। ਤੀਜਾ ਕਰਨਾ ਅਕਰੇਸ਼ਨ ਆਫ ਕੈਮੀਕਲ ਰਿਐਕਸ਼ਨ ਔਨ ਦੀ ਕੈਟਾਲਿਸਟ ਦੇ ਸਰਫੇਸ ਥਰੂ ਫਾਰਮੇਸ਼ਨ ਇੰਟਰਮੀਡੀਏਟ ਬਣਾਉਣਾ। ਪਹਿਲੇ 3 ਸਟੈਪ ਹੋ ਗਏ। ਚੌਥਾ ਸਟੈਪ ਆਪਾਂ ਕੀ ਕਰਨਾ ਡੀਅਬਜ਼ਰਪਸ਼ਨ ਕਰਨੀ ਆ ਰਿਐਕਸ਼ਨ ਪ੍ਰੋਡਕਟ ਦੀ ਕੈਟਾਲਿਸਟ ਸਰਫੇਸ ਤੋਂ, ਤਾਂ ਮੇਕਿੰਗ ਦਾ ਸਰਫੇਸ ਨੂੰ ਅਵੇਲੇਬਲ ਕਰਨਾ ਆਪਾਂ ਵੀ ਜਿਹੜਾ ਰਿਐਕਸ਼ਨ ਆ ਉਹ ਹੋਵੇ ਦੁਬਾਰੀ ਹੋਵੇ। ਪੰਜਵਾਂ ਸਟੈਪ ਹੈਗਾ ਆਪਣੇ ਕੋਲ ਡਿਫਿਊਜ਼ਨ ਕਰਨੀ ਆਪਾਂ ਰਿਐਕਟੈਂਟ ਪ੍ਰੋਡਕਟ ਦੀ ਕੈਟਾਲਿਸਟ ਦੇ ਸਰਫੇਸ ਤੋਂ। ਜਿਹੜਾ ਸਰਫੇਸ ਦਾ ਕੈਟਾਲਿਸਟ ਦਾ ਕੀ ਹੁੰਦਾ ਇਨਰ ਪਾਰਟ ਹੁੰਦਾ ਬਲਕ ਦਾ, ਜਿਵੇਂ ਇਹ 'ਚ ਫਰੀ ਬੈਲੈਂਸਿਸ ਹੁੰਦੇ ਜਿਹੜੇ ਪ੍ਰੋਵਾਈਡ ਕਰਦੇ ਆ ਸੀਟ ਨੂੰ, ਜਿਹੜਾ ਕੈਮੀਕਲ ਅਟਰੈਕਸ਼ਨ ਹੁੰਦੀ ਹੈ ਜਿਹਦੇ ਨਾਲ ਜੋ ਗੈਸ ਕੰਟੈਕਟ 'ਚ ਆ ਜਾਂਦੀ ਹੈ ਕਿਸੇ ਸਰਫੇਸ ਦੇ, ਤਾਂ ਇਹਦੇ ਮੈਲੀਕੂਲ ਕੀ ਹੁੰਦਾ ਇੱਕ ਦੂਜੇ ਨਾਲ ਆ ਜਾਂਦੇ ਆ ਲੂਜ਼ਲੀ ਕੈਮੀਕਲ ਕੰਬੀਨੇਸ਼ਨ ਬਣਾ ਲੈਂਦੇ ਆ ਇਹ। ਜੇ ਅਲੱਗ ਅਲੱਗ ਮੋਲੀਕੂਲ ਰਿਜ਼ਰਵ ਕੀਤੇ ਅਲੱਗ ਅਲੱਗ ਸਾਈਡ 'ਤੇ, ਤਾਂ ਇਹ ਕੀ ਹੁੰਦਾ ਹੈਗਾ ਰਿਐਕਟ ਕਰਦੇ ਆ ਅਲੱਗ ਅਲੱਗ ਈਚ ਅਦਰ ਨਾਲ, ਅਤੇ ਜਿਹਦੇ ਨਾਲ ਕਿ ਨਵੇਂ ਮੋਲੀਕੂਲ ਬਣਦੇ ਆ। ਜਿਹੜੇ ਮੋਲੀਕੂਲ ਬਣਦੇ ਆ ਵੈਪੋਰੇਟ ਲੀਵਿੰਗ ਦਾ ਜਿਹੜਾ ਸਰਫੇਸ ਲੀਵ ਕਰ ਦਿੰਦਾ, ਜਿਹੜਾ ਫਰੈਸ਼ ਰਿਐਕਟੈਂਟ ਮੋਲੀਕੂਲ ਬਣ ਜਾਂਦਾ।
ਬਸ ਇਹ 'ਚ 5 ਸਟੈਪ ਹੈਗੇ। ਇਹ ਥਿਊਰੀ ਆਪਾਂ ਨੂੰ ਐਕਸਪਲੇਨ ਕਰਦੇ ਆ ਜਿਹੜਾ ਕੈਟਾਲਿਸਟ ਹੁੰਦਾ ਕਿ ਅਨਚੇਂਜ ਕਿਉਂ ਰਹਿੰਦਾ ਮਾਸ ਤੇ ਕੈਮੀਕਲ ਕੰਬੀਨੇਸ਼ਨ ਵਿੱਚ ਰਿਐਕਟੈਂਟ ਦੇ। ਜੇ ਆਪਾਂ ਸਮਾਲ ਕੁਆਂਟੀਟੀ ਵੀ ਲਵੇ ਇਹ ਪਰ ਇਹ ਥਿਊਰੀ ਹੋ ਗਈ, ਇਹ ਐਕਸਪਲੇਨ ਨਹੀਂ ਕਰਦੀ ਕੈਟਾਲਿਟਿਕ ਪ੍ਰਮੋਟਰ ਤੇ ਕੈਟਾਲਿਟਿਕ ਫਿਊਜ਼ਨ ਦਾ। ਹੁਣ ਆਪਾਂ ਪੜ੍ਹਦੇ ਹਾਂ ਇੰਪੋਰਟੈਂਟ ਫੀਚਰ ਸੋਲਿਡ ਕੈਟਾਲਿਸਟ ਲਵਾਂਗੇ ਤਾਂ ਉਹਦਾ ਕੀ ਆ। ਜਿਹੜੀ ਐਕਟੀਵਿਟੀ ਹੈ ਕਿਸੇ ਵੀ ਪਹਿਲਾਂ ਹੈ ਤਾਂ ਆਪਾਂ ਐਕਟੀਵਿਟੀ ਕੈਸੇ ਕੀ ਕਰਦੇ, ਸਟਰੈਂਥ ਕੀ ਕਿੰਨਾ ਕੈਮੀਓਬਜ਼ਰਪਸ਼ਨ ਕੀਤੀ ਹੋਈ ਆ ਹੈ ਨਾ। ਜਿਹੜੇ ਰਿਐਕਟੈਂਟ ਕੀ ਅਬਜ਼ਰਬ ਰੀਜਨੇਬਲੀ ਸਟਰੋਂਗ ਕੈਟਾਲਿਸਟ ਤੇ ਕੀ ਹੁੰਦਾ ਐਕਟਿਵ ਜ਼ਿਆਦਾ ਬਣ ਜਾਂਦਾ। ਜਿਵੇਂ ਆਪਾਂ ਹਾਈਡਰੋਜਨ ਨਾਲ ਰਿਐਕਸ਼ਨ ਕਰਦੇ ਹਾਂ ਗਰੁੱਪ 5 ਤੋਂ ਲੈ ਕੇ ਕੀ ਆ ਤਾਂ ਜਾਂਦੇ ਜਿਹਨਾਂ ਦੀ ਐਕਟੀਵਿਟੀ ਜ਼ਿਆਦਾ ਹੁੰਦੀ ਆ ਗਰੁੱਪ 7 ਤੋਂ 9 ਤੱਕ। ਜਿਵੇਂ ਹਾਈਡਰੋਜਨ ਤੋਂ ਆਕਸੀਜਨ ਐਡ ਕਰਤੀ ਤਾਂ ਵਾਟਰ ਪਲੈਟੀਨਮ ਲਾਵਾਂਗੇ ਤਾਂ ਜ਼ਿਆਦਾ ਹੋਊ। ਦੂਜਾ ਅੱਗੇ ਸਿਲੈਕਟਿਵਿਟੀ। ਸਿਲੈਕਟਿਵਿਟੀ ਕਾਹਤੇ ਡਿਪੈਂਡ ਕਰਦੀ ਆ ਟੂ ਡਾਇਰੈਕਟ ਰਿਐਕਸ਼ਨ ਟੂ ਯੀਲਡ ਏ ਪਾਰਟੀਕੂਲਰ ਪ੍ਰੋਡਕਟ। ਸਿਲੈਕਟਿਵਿਟੀ ਜਿਹੜਾ ਆਪਾਂ ਪ੍ਰੋਡਕਟ ਬਣਾਉਣਾ ਗਾ ਉਹ ਬਣਾਉਣ ਵਿੱਚ ਜੇ ਆਪਾਂ ਸੇਮ ਰਿਐਕਸ਼ਨ ਕੰਡੀਸ਼ਨ ਨੂੰ ਹੈ ਨਾ ਵੀ ਸੇਮ ਰਿਐਕਸ਼ਨ ਕੰਡੀਸ਼ਨ ਨੂੰ ਮੈਨੀ ਪ੍ਰੋਡਕਟ ਪੋਸੀਬਲ ਹੁੰਦੇ ਆ। ਸਿਲੈਕਟਿਵਿਟੀ ਹੁੰਦੀ ਆ ਅਲੱਗ-ਅਲੱਗ ਕੈਟਾਲਿਸਟ ਦੀ ਆਪਾਂ ਵੀ ਕਿਵੇਂ ਬਣਾਉਣਾ ਗਾ। ਜਿਵੇਂ ਆਪਾਂ ਹਾਈਡਰੋਜਨ ਅਤੇ ਕਾਰਬਨ ਮੋਨੋਕਸਾਈਡ ਲੈਂਦੇ ਹਾਂ, ਕਾਰਬਨ ਮੋਨੋਕਸਾਈਡ 'ਚ ਹਾਈਡਰੋਜਨ ਕੀਤਾ ਤਾਂ ਮੈਥੇਨ ਬਣ ਜੂਗਾ। ਅਤੇ ਤਾਂ ਆਪਾਂ ਕੀ ਆ ਮਿਥੇਨੋਲ ਬਣ ਜੂਗੀ। ਤਾਂ ਆਪਾਂ ਕੀ ਕਿ ਅਲੱਗ-ਅਲੱਗ ਪ੍ਰੋਡਕਟ ਬਣਾ ਸਕਦੇ ਹਾਂ। ਅਤੇ ਜਿਹੜਾ ਕੈਟਾਲਿਸਟ ਦਾ ਹੁੰਦਾ ਕਿ ਵੀ ਅਲੱਗ-ਅਲੱਗ ਕੈਟਾਲਿਸਟ ਪਾਵਾਂਗੇ। ਜਿਹੜੇ ਰਿਐਕਟੈਂਟ ਤਾਂ ਆਪਣੇ ਕੋਲ ਉਹੀ ਆ, ਕੈਟਾਲਿਸਟ ਡਿਸਾਈਡ ਕਰੂਗਾ ਆਪਣਾ ਜਿਹੜਾ ਪ੍ਰੋਡਕਟ ਆ ਉਹ ਕੀ ਬਣਨਾ ਚਾਹੀਦਾ। ਅਤੇ ਜਿਹੜੇ ਕੈਟਾਲਿਸਟ ਹੁੰਦਾ ਜਿਹੜਾ ਐਕਸ਼ਨ ਹੁੰਦਾ ਕੈਟਾਲਿਸਟ ਦਾ ਉਹ ਕਿੱਦਾਂ ਗਾ ਸਿਲੈਕਟਿਵ ਹੁੰਦਾ ਨੇਚਰ ਦਾ। ਜਿਹੜਾ ਸਬਸਟੈਂਸ ਬਣਦਾ ਗਾ ਕੈਟਾਲਿਸਟ ਦਾ ਇੱਕ ਰਿਐਕਸ਼ਨ 'ਚ ਕੀ ਕਰਦਾ ਗਾ ਦੂਜੇ ਰਿਐਕਸ਼ਨ ਦਾ, ਅਤੇ ਦੂਜੇ ਰਿਐਕਸ਼ਨ 'ਚ ਕੀ ਆ ਫੇਲ ਕਰ ਜਾਂਦਾ ਗਾ। ਅੱਜ ਦੀ ਵੀਡੀਓ 'ਚ ਇੰਨੇ, ਅਗਲਾ ਆਪਾਂ ਅਗਲੀ ਵੀਡੀਓ 'ਚ ਕਰਾਂਗੇ।